ਸੋ ਸਰ ਜਦੋਂ ਮੈਂ ਡੀਐਮ ਕਰ ਰਹੀ ਸੀ ਡੀਐਮਸੀ ਲੁਧਿਆਣਾ ਤੋਂ ਉਸ ਟਾਈਮ ਤੇ ਸੋਚਿਆ ਸੀ ਕਿ ਪਾਰਕਿੰਸਨਸ ਡਿਜ਼ੀਜ਼ ਜਿਹੜੀ ਇੰਨੀ ਕਾਮਨ ਹੁੰਦੀ ਜਾ ਰਹੀ ਹੈ ਉਸ ਨੂੰ ਕਿੱਦਾਂ ਟ੍ਰੀਟ ਕੀਤਾ ਜਾਵੇ ਤੇ ਉਸ ਦੀ ਕਿੱਦਾਂ ਉਸ ਵਿੱਚ ਹੈਲਪ ਕੀਤੀ ਜਾਵੇ। ਤਾਂ ਮੇਰੇ ਬੌਸ ਡਾਕਟਰ ਗਗਨਦੀਪ ਨੇ ਕਿਹਾ ਕਿ ਬੇਟਾ ਸਭ ਤੋਂ ਪਹਿਲਾਂ ਟ੍ਰੇਨਿੰਗ ਲੈਣੀ ਪਏਗੀ, ਫਿਰ ਇਸ ਚੀਜ਼ ਨੂੰ ਕੁਝ ਕੀਤਾ ਜਾ ਸਕਦਾ ਹੈ। ਸੋ ਟ੍ਰੇਨਿੰਗ ਲੈਣ ਲਈ ਆਈ ਵੈਂਟ ਅਬਰੋਡ, ਪਹਿਲਾਂ ਲੰਡਨ ਆਈ ਵੈਂਟ ਫॉर 6 ਮੰਥਸ, ਦੈਨ ਸਿੰਗਾਪੁਰ। 1 ਸਾਲ ਦੀ ਜਿਹੜੀ ਟ੍ਰੇਨਿੰਗ ਹੁੰਦੀ ਸਾਨੂੰ ਸਕੋਲਰਸ਼ਿਪ ਮਿਲਦੀ ਹੈ। ਸੋ ਆਈ ਗੋਟ ਸਕੋਲਰਸ਼ਿਪ ਫਰਮ ਇੰਟਰਨੈਸ਼ਨਲ ਪਾਰਕਿੰਸਨ ਸੁਸਾਇਟੀ। 1 ਸਾਲ ਹੀ ਉਹਨੇ ਮੈਨੂੰ ਭੇਜਿਆ ਸਿੰਗਾਪੁਰ ਪੜ੍ਹਨ ਲਈ ਐਂਡ ਦੈਨ ਵਾਪਸ ਆ ਕੇ ਆਮ ਹੇਅਰ ਟੂ ਪ੍ਰੋਵਾਈਡ ਸਰਵਿਸਿਜ਼। ਸੋ ਮੁੱਖ ਉਦੇਸ਼ ਇਹ ਕਿ ਲੋਕ ਪਾਰਕਿੰਸਨਸ ਨਾਮ ਦੇ ਵਰਡ ਨੂੰ ਸੁਣਨ ਤੇ ਪੁੱਛਣ ਕਿ ਉਹ ਕੀ ਚੀਜ਼ ਹੈ। ਪਾਰਕਿੰਸਨਸ ਦੀ ਬਿਮਾਰੀ ਜਿਵੇਂ ਮੈਂ ਕਿ ਉਮਰ ਦੇ ਨਾਲ ਹੋਣ ਵਾਲੀ ਬਿਮਾਰੀ ਹੈ। ਬ੍ਰੇਨ ਦੇ ਕੁਝ ਸੈੱਲ ਘਟ ਜਾਂਦੇ ਨੇ ਉਮਰ ਦੇ ਨਾਲ ਤੇ ਸਰੀਰ ਜਿਹੜਾ ਹੈਗਾ ਬਹੁਤ ਹੌਲੀ ਹੋ ਜਾਂਦਾ ਹੈ। ਜਿਵੇਂ ਮੈਂ ਦੱਸਿਆ ਹਰ ਚੀਜ਼ ਕਰਨ 'ਚ ਹੌਲੀ, ਉੱਠਣਾ ਹੌਲੀ, ਕੱਪੜੇ ਬਦਲਣਾ ਹੌਲੀ, ਕੋਈ ਵੀ ਕੰਮ ਕਰਨ 'ਚ ਬਹੁਤ ਹੌਲੀ ਹੋ ਜਾਂਦੇ ਨੇ। ਸਰੀਰ 'ਚ ਇੱਕ ਤਰ੍ਹਾਂ ਦਾ ਇਕੜਾਪਨ ਆ ਜਾਂਦਾ ਹੈ ਕਿ ਕੋਈ ਵੀ ਕੰਮ ਕਰਨ ਲੱਗੇ ਬੜੀ ਮੁਸ਼ਕਿਲ ਨਾਲ ਹੱਥ ਚੱਕ ਪਾਉਣਾ ਜਾਂ ਤੁਰਨ ਲੱਗੇ ਪੈਰ ਘਿਸ ਕੇ ਤੁਰਨਾ ਜਾਂ ਫਿਰ ਹੱਥਾਂ ਦਾ ਕੰਬਣਾ ਸ਼ੁਰੂ ਹੋ ਜਾਂਦਾ ਹੈ। ਹੱਥਾਂ ਦਾ ਕੰਬਣਾ ਅਕਸਰ ਦੇਖਿਆ ਗਿਆ ਹੈ ਕਿ ਪੇਸ਼ੈਂਟ ਬੈਠਾ ਹੋਇਆ ਹੱਥ ਇੱਦਾਂ ਦਾ ਕਰਕੇ ਹਿਲਾਏਗਾ, ਖੁਦ ਦੇ ਕੰਟਰੋਲ 'ਚ ਨਹੀਂ ਰਹੇਗਾ। ਕੋਈ ਕੱਪ ਚੱਕੇਗਾ ਤਾਂ ਹੱਥ ਕੰਬੇਗਾ ਜਾਂ ਫਿਰ ਬੈਲੈਂਸ ਨਹੀਂ ਚੰਗੀ ਤਰ੍ਹਾਂ ਬਣੇਗਾ, ਬੈਠਾ ਬੈਠਾ ਟੇਢਾ ਹੋ ਸਕਦਾ ਹੈ। ਸੋ ਪਾਰਕਿੰਸਨ ਜਿਹੜੀ ਕੁਝ ਚੀਜ਼ਾਂ ਨੇ ਅਕਸਰ ਅਸੀਂ ਇਸ ਨੂੰ ਉਮਰ ਦੇ ਨਾਲ ਸੋਚ ਲੈਂਦੇ ਕਿ ਸ਼ਾਇਦ ਮਰੀਜ਼ ਬੁੜਾ ਹੋ ਰਿਹਾ ਹੈ, 60 ਤੋਂ ਉੱਪਰ ਹੋ ਗਿਆ ਹੈ ਤਾਂ ਸ਼ਾਇਦ ਇਸ ਕਰਕੇ ਇਹ ਬੈਲੈਂਸ ਨਹੀਂ ਬਣਾ ਪਾ ਰਹੀ ਹੈ, ਤੁਰ ਨਹੀਂ ਪਾ ਰਹੇ ਹੈਗੇ। ਪਰ ਇਹਨਾਂ ਸਿੰਪਟਮਸ ਨੂੰ ਟਾਈਮਲੀ ਚੈੱਕ ਕਰਨਾ, ਡਾਇਗਨੋਸ ਕਰਨਾ ਪਾਰਕਿੰਸਨਸ ਲਈ ਬਹੁਤ ਜ਼ਰੂਰੀ ਹੈ, ਵਰਨਾ ਅਸੀਂ ਟ੍ਰੀਟਮੈਂਟ ਸਹੀ ਤਰ੍ਹਾਂ ਸਟਾਰਟ ਨਹੀਂ ਕਰ ਸਕਾਂਗੇ। ਸੋ ਜੋ ਨੋਰਮਲ ਟ੍ਰੀਟਮੈਂਟ ਹੈ, ਜੋ ਮੈਡੀਸਿਨਸ ਨੇ, ਓਰਲ ਮੈਡੀਸਿਨਸ ਜੋ ਹੈਗੀਆਂ ਨੇ ਬਹੁਤ ਹੀ ਸਿੰਪਲ ਮੈਡੀਸਿਨਸ ਹੈ, ਬਹੁਤ ਹੀ ਸਸਤੀਆਂ ਮੈਡੀਸਿਨਸ ਨੇ। ਜੇ ਟਾਈਮ ਸਿਰ ਸ਼ੁਰੂ ਕੀਤਾ ਜਾਵੇ ਤਾਂ ਅਸੀਂ ਇਹਦੀ ਫਰਦਰ ਐਡਵਾਂਸ ਸਟੇਜ ਨੂੰ ਰੋਕ ਸਕਦੇ ਹੁੰਦੇ ਹਾਂ। ਪਰ ਜੇ ਪੇਸ਼ੈਂਟ ਜਦੋਂ ਸ਼ੁਰੂ ਹੁੰਦਾ ਹੈ ਬਿਮਾਰੀ ਉਸ ਤੋਂ 7-8 ਸਾਲ ਬਾਅਦ ਅਕਸਰ ਜਦੋਂ ਐਡਵਾਂਸ ਸਟੇਜ ਆ ਜਾਂਦਾ ਤਾਂ ਸਾਨੂੰ ਟ੍ਰੀਟਮੈਂਟ ਬਦਲਣੀ ਪੈਂਦੀ ਹੈ। ਉਸ ਵਿੱਚ ਜਾਂ ਤਾਂ ਇੰਜੈਕਸ਼ਨਸ ਕੰਮ ਕਰਨਗੇ ਜਾਂ ਫਿਰ ਸਰਜਰੀ ਬਹੁਤ ਅੱਛਾ ਕੰਮ ਕਰ ਸਕਦੀ ਹੈ। ਇਹ ਡਿਜ਼ੀਜ਼ 40 ਸਾਲ ਤੋਂ ਸ਼ੁਰੂ ਹੋ ਕੇ 80 ਸਾਲ ਤੱਕ ਕਿਸੇ ਨੂੰ ਵੀ ਹੋ ਜਾਂਦੀ ਹੈ। ਲੱਛਣ ਜਿਵੇਂ ਪਹਿਲਾਂ ਵੀ ਦੱਸਿਆ ਕਿ ਹੌਲੀ ਹੋ ਜਾਣਾ, ਅਕੜਾਹਟ ਆ ਜਾਣਾ, ਤੁਰਨ 'ਚ ਦਿੱਕਤ ਹੋਣਾ, ਬੈਲੈਂਸ ਖਰਾਬ ਹੋਣਾ ਤੇ ਹੱਥਾਂ ਦਾ ਕੰਬਣਾ, ਇਹ ਕਾਮਨ ਲੱਛਣ ਨੇ ਇਸ ਚੀਜ਼ ਦੇ। ਕੰਟਰੋਲ ਤੇ ਸਰਜਰੀ ਕਿੰਨੀ ਉਮਰ ਤੱਕ ਪੋਸੀਬਲ ਹੈ? ਸੌਰੀ, ਕਿੰਨੀ ਉਮਰ ਤੱਕ ਪੇਸ਼ੈਂਟ ਨੂੰ ਸਰਜਰੀ ਦਾ ਫਾਇਦਾ ਹੈਗਾ? ਜੀ ਦੇਖੋ, ਸਰਜਰੀ ਅਕਸਰ ਕਿਹਾ ਜਾਂਦਾ ਕਿ ਜਦੋਂ ਪਾਰਕਿੰਸਨ ਦੀ ਬਿਮਾਰੀ ਸ਼ੁਰੂ ਹੋਈ ਹੈ ਤਾਂ ਉਸ ਤੋਂ 5 ਤੋਂ 6 ਸਾਲ ਤੱਕ ਵਿਚਕਾਰ ਕਰਾ ਲੈਣੀ ਚਾਹੀਦੀ ਹੈ। ਜੇ ਤੁਸੀਂ ਇੱਕ 80 ਸਾਲ ਦੇ ਬੰਦੇ ਦੀ ਸਰਜਰੀ ਕਰਾਓਗੇ ਜੋ ਕਿ ਵੈਸੇ ਵੀ ਉਮਰ ਦੇ ਨਾਲ ਕਮਜ਼ੋਰ ਹੋ ਚੁੱਕਿਆ ਹੈ ਤਾਂ ਉਸ ਵਿੱਚ ਬਹੁਤ ਅੱਛਾ ਇਫੈਕਟ ਨਹੀਂ ਆ ਸਕਦਾ ਹੈਗਾ। ਸੋ ਸਰਜਰੀ ਨੂੰ ਟਾਈਮ ਸਿਰ ਕਰਨਾ ਬਹੁਤ ਜ਼ਰੂਰੀ ਹੈ। ਪਰ ਲੇਟ ਟੂ ਲੇਟ ਸਰਜਰੀ ਅਸੀਂ 80 ਇਅਰਸ ਤੱਕ ਕਰ ਸਕਦੇ, ਅਸੀਂ ਕੀਤੀ ਵੀ ਹੈ। कोई साइड इफेक्ट वगैरह जब भी सर्जरी करते हैं तो कुछ किसी प्रकार का मतलब रिस्क है तो वो थोड़ा ज़्यादा रिस्क इसमें होता है। हर सर्जरी में जो ब्रेन की सर्जरी होती है रिस्क होता है, जैसे ब्लीडिंग होना ब्रेन में, सर्जरी के बाद दौरे पड़ने। जब हम लीड डालते हैं तो उस दौरान कभी कभी ब्लीडिंग हो सकती है और दौरे पड़ सकते हैं। और एक बड़ा कॉमन जो इसमें एक प्रॉब्लम आ सकती है वो है कि जो आपने लीड डाली है वो हिल जाए या वो सही जगह पे ना होए। इसलिए प्री ऑपरेटिव प्लानिंग करना कि हमने किस रास्ते से लीड डालनी है, कहाँ डालनी है, कितनी डेप्थ में डालनी है ब्रेन में, वो बहुत ज़रूरी होता है, अवॉइड करना। फिर भी इस सर्जरी में बहुत कम कॉम्प्लिकेशन रेट होता है कंपेयर टू अदर ब्रेन सर्जरीज। बट ये हमने देखा है कि कभी कभी ब्लीडिंग हो या सीजर पड़ जाए, बट वो भी मैनेजेबल है। देखो, सब तो बड़ा रिस्क ये है सर्जरी का कि सर्जरी चंगी तरह ना होए। ठीक है, जो बहुत ट्रेंड लोग नहीं है जो करते हैं तो सर्जरी चंगी तरह ना होए, जिस तरह से जिस जगह से असीं पहुँचना सी उस जगह ते ना पहुँच सकीए तो रिजल्ट्स चंगे नहीं रहेंगे। सो सब तो बड़ा रिस्क मेरे ख्याल से है कि सर्जरी प्रॉपरली नहीं हुई होवे। चार्जिस 10 लैक्स तो शुरू हो के मैम 20 लैक्स तक हो सकते हैं, डिपेंडिंग ऑन थोड़े पेशेंट की रिक्वायरमेंट की है। ये घट तो घट चार्जिस ने, ये वो चार्जिस ने ਜਿਹੜੇ ਗਵਰਨਮੈਂਟ ਦੇ ਥਰੂ ਅਪਰੂਵਡ ਨੇ। रिकवरी टाइम इस दौरान पेशेंट हॉस्पिटल 5 दिन रहता है। एक दिन पहला सर्जरी तो आता है, सर्जरी वाले दिन तो सर्जरी तो बाद 3 दिन ਲਈ रहता है। उस तो बाद वो घर जा सकते हैं, नॉर्मल जिंदगी अपनी बतीत कर सकते हैं। ये कोई बहुत मेजर सर्जरी नहीं है जिस कि ਤੁਹਾਨੂੰ 1 ਜਾਂ 2 ਹਫ਼ਤੇ ਲੱਗਣ ਰਿਕਵਰ ਕਰਨ ਦੇ। ਪੇਸ਼ੈਂਟ ਈਵਨ ਨੈਕਸਟ ਡੇ ਹੀ ਚੱਲਣਾ ਸ਼ੁਰੂ ਕਰ ਦਿੰਦੇ ਹਨ, ਹੋਸ਼ ਹੁੰਦੇ ਹਨ।